ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਅਸੀਂ ਜੋ ਪਟੀਸ਼ਨ ਸ਼ੁਰੂ ਹੋਈ ਸੀ ਕਿ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਵੇ ਤਾਂ ਉਸ ਨਾਲ ਸੰਬੰਧਿਤ ਅਪਡੇਟ ਹੈ। ਇੱਕ ਨਵੀਂ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਦੇ ਬਾਰੇ ਜੋ ਜਾਣਕਾਰੀ ਹੈ ਹਾਊਸ ਆਫ ਕਾਮਨਸ ਦੀ ਵੈਬਸਾਈਟ ਦੇ ਉੱਤੇ ਮੌਜੂਦ ਹੈ। ਉੱਥੇ ਉਹ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਦੀ ਅਗਵਾਈ ਜੋ ਰਣਦੀਪ ਸਰਾਏ ਕਰ ਰਹੇ ਨੇ ਤੇ ਨਾਲ ਹੀ ਵਕੀਲ ਅਮਿਤ ਵਰਮਾ ਦੇ ਵੱਲੋਂ ਉਹ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਤੇ ਇਸ ਦੇ ਬਾਰੇ ਸਾਰੀ ਜਾਣਕਾਰੀ ਤੇ ਨਾਲ ਹੀ ਕੈਨੇਡਾ ਵਿੱਚ ਪੱਕੇ ਕਰਵਾਉਣ ਦੇ ਸੰਬੰਧੀ ਜੋ ਮੰਗ ਹੈ ਉਸ ਨਾਲ ਸੰਬੰਧਿਤ ਅੱਗੇ ਕੀ ਹੋਰ ਅਪਡੇਟ ਹੈ ਉਹ ਤੁਹਾਨੂੰ ਹੁਣ ਦੱਸਾਂਗੇ। ਜਿਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੀਐਨਸੀਐਨ ਦੇ ਉੱਤੇ ਮੌਜੂਦ ਨੇ ਜਸਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੀਐਨਸੀਐਨ ਦੇ ਉੱਤੇ। ਬਹੁਤ ਬਹੁਤ ਧੰਨਵਾਦ ਜੀ ਪੀਐਨਸੀਐਨ ਦੇ ਸਮੂਹ ਸਰੋਤਿਆਂ ਦਾ, ਆਪ ਸਮੁੱਚੀ ਟੀਮ ਦਾ, ਹੋਪ ਵੈਲਫੇਅਰ ਸੁਸਾਇਟੀ ਨੂੰ ਆਪ ਜੀ ਦਾ ਧੰਨਵਾਦ ਜੀ। ਸੋ ਅੱਜ ਜਿਹੜੀ ਅਪਡੇਟ ਦੇਣੀ ਆ ਤੁਹਾਨੂੰ ਉਹਦੇ ਵਿੱਚ ਇਹ ਆ ਕਿ ਜਿਹੜੀ 9 ਦਸੰਬਰ ਨੂੰ ਗਵਰਨਮੈਂਟ ਨੇ ਫੈਸਲਾ ਲਿਆ, ਇਮੀਗ੍ਰੇਸ਼ਨ ਨੇ, ਕਿ ਜਿੰਨੇ ਵੀ ਰਿਫਿਊਜੀ ਇੱਥੇ ਉਹਨਾਂ ਦੇ ਵਾਸਤੇ ਇੱਕ 14 ਦਸੰਬਰ ਨੂੰ ਉਹਨਾਂ ਨੇ ਹਰ ਇੱਕ ਰਿਫਿਊਜੀ ਆਪਣਾ ਪੀਆਰ ਅਪਲਾਈ ਕਰ ਸਕਦਾ ਜਿਹੜਾ ਹੈਲਥ ਡਿਪਾਰਟਮੈਂਟ ਜਿਹਨੇ ਕੰਮ ਕੀਤਾ। ਸੋ ਉਹਦੇ ਵਾਸਤੇ ਜਿਹੜੀ ਅੱਜ ਆਪਾਂ ਅਪਡੇਟ ਦੇ ਉੱਤੇ ਗੱਲ ਕਰਾਂਗੇ। ਸੋ ਧੰਨਵਾਦ ਕਰਦੇ ਹਾਂ ਅਸੀਂ ਇਮੀਗ੍ਰੇਸ਼ਨ ਮਿਨਿਸਟਰ ਦਾ ਐਂਡ ਪ੍ਰਾਈਮ ਮਿਨਿਸਟਰ ਕੈਨੇਡੀਅਨ ਟਰੂਡੋ ਸਾਹਿਬ ਜੀ ਦਾ। ਸੋ ਉਹਦੇ ਵਿੱਚ ਦੇਖੋ, ਆਪਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਕਿ ਜਦੋਂ ਸਭ ਤੋਂ ਪਹਿਲਾਂ ਤੁਸੀਂ ਵੀ ਆਪਣਾ ਸਾਡੀ ਰਿਕਾਰਡ ਕੀਤਾ ਸੀਗਾ ਇਹਨੂੰ, ਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ 1000 ਬੰਦਾ ਪੱਕਾ ਕੀਤਾ ਸੀ ਕਿਊਬਿਕ ਦੇ ਵਿੱਚ ਰਿਫਿਊਜੀ ਕਲੇਮੈਂਟ ਜਿਹੜਾ ਕਿ ਆਪਣੇ ਫਰੰਟਲਾਈਨ ਵਰਕਰ ਹੈ। ਤੇ ਉਹਦੇ ਵਿੱਚ ਅਸੀਂ ਇੱਕ ਡਿਮਾਂਡ ਰੱਖੀ ਸੀ ਕਿ ਇਕੱਲੀ ਕੋਵਿਡ ਕਿਊਬਿਕ ਵਿੱਚ ਨਹੀਂ ਹੈਗੀ, ਕੋਵਿਡ ਪੂਰੇ ਕੈਨੇਡਾ ਵਿੱਚ ਆ, ਆਲ ਆਫ ਵਰਲਡ ਦੇ ਵਿੱਚ ਆ। ਸੋ ਇਸ ਕਰਕੇ ਫਰੰਟਲਾਈਨ ਵਰਕਰ ਜਿਹੜੇ ਸੀਗੇ ਉਹ ਹਰ ਸਟੇਟ ਵਿੱਚ ਕੰਮ ਕਰਦੇ ਆ, ਹਰ ਪ੍ਰੋਵਿੰਸ ਵਿੱਚ ਕੰਮ ਕਰਦੇ ਆ, ਭਾਵੇਂ ਉਹ ਫਰੰਟਲਾਈਨ ਹੈਲਥ ਡਿਪਾਰਟਮੈਂਟ ਵਿੱਚ ਹੀ ਸੀ। ਬਟ ਅਸੀਂ ਉਹ ਇਹਨਾਂ ਕੋਲ ਰਿਕੁਐਸਟ ਰੱਖੀ ਸੀ ਉਹਨਾਂ ਸਾਰਿਆਂ ਨੂੰ ਵੀ ਪੱਕਾ ਕੀਤਾ ਜਾਵੇ। ਸੋ ਅਸੀਂ ਧੰਨਵਾਦ ਕਰਦੇ ਇਹਨਾਂ ਨੇ 9 ਤਰੀਕ ਨੂੰ ਜਿਹੜਾ ਫੈਸਲਾ ਲਿਆ ਦਸੰਬਰ ਨੂੰ, ਇਹਦੇ 14 ਦਸੰਬਰ ਤੋਂ ਇਹਨਾਂ ਨੇ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ। ਸੋ ਉਹਦੇ ਉੱਤੇ ਅਸੀਂ ਧੰਨਵਾਦ ਕਰਦੇ ਹਾਂ। ਦੂਸਰੀ ਰਿਕੁਐਸਟ ਸਾਡੀ ਇਹ ਆ ਕਿ ਜੇ ਹੁਣ ਇਹਨਾਂ ਨੂੰ ਕੀਤਾ ਆ, ਇਹਨਾਂ ਦੇ ਘਰਾਂ ਦੇ ਵਿੱਚ ਜਦੋਂ ਦੇਖੋ ਗਰੋਸਰੀਆਂ ਜਾਂਦੀਆਂ ਆ ਜਾਂ ਗੱਡੀਆਂ 'ਚ ਤੇਲ ਪੈਂਦੇ ਆ, ਸੋ ਉਹ ਲੋਕ ਵੀ ਫਰੰਟਲਾਈਨ ਵਰਕਰ ਆ ਜਿਨ੍ਹਾਂ ਨੇ ਗੈਸ ਸਟੇਸ਼ਨਾਂ ਤੇ ਖੜ ਕੇ ਇਹਨਾਂ ਦੀਆਂ ਗੱਡੀਆਂ 'ਚ ਤੇਲ ਪਾਏ ਆ, ਜਿਨ੍ਹਾਂ ਨੇ ਗਰੋਸਰੀ ਸਟੋਰਾਂ ਦੇ ਵਿੱਚ ਕੰਮ ਕੀਤਾ ਆ, ਟਰੱਕਿੰਗ ਵੀਰਾਂ ਨੇ, ਡਰਾਈਵਰਾਂ ਨੇ ਕਿੱਡੀ ਦੂਰੋਂ ਅਮਰੀਕਾ ਤੋਂ ਲਿਆ ਕੇ ਇਹਨਾਂ ਦਾ ਸਮਾਨ ਲਿਆ ਕੇ ਸਟੋਰਾਂ ਦੇ ਵਿੱਚ ਰੱਖਿਆ, ਪਹੁੰਚਾਇਆ ਟਰਾਂਸਪੋਰਟਿੰਗ ਦੇ ਵਿੱਚ। ਸੋ ਇਸ ਕਰਕੇ ਜੇ ਗੱਲ ਕਰੀਏ ਤਾਂ ਹਰ ਜਗ੍ਹਾ ਦੇ ਉੱਤੇ ਹੀ ਫਰੰਟਲਾਈਨ ਵਰਕਰ ਆ ਜਿਨ੍ਹਾਂ ਨੇ ਕੋਵਿਡ ਵਿੱਚ ਕੰਮ ਕੀਤਾ ਆ, ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਐਕਸਪੀਰੀਅੰਸ ਬਣੇ ਹੋਏ ਆ, ਉਹਨਾਂ ਨੇ ਆਪਣਾ ਐਕਸਪੀਰੀਅੰਸ ਬਣਾ ਕੇ ਟੈਕਸ ਭਰੇ ਹੋਏ ਨੇ, 4-4 5-5 ਸਾਲ ਦੇ ਤਜਰਬੇ ਨੇ ਉਹਨਾਂ ਨੂੰ ਇੱਥੇ। ਇਹਨਾਂ ਨੇ ਗਵਰਨਮੈਂਟ ਤੁਹਾਨੂੰ ਪਤਾ ਵੈਸੇ ਵੀ ਟਾਰਗੇਟ ਰੱਖਿਆ ਕਿ 12 ਲੱਖ ਪਲੱਸ ਬੰਦੇ ਇਹਨਾਂ ਨੇ 3 ਸਾਲ ਦੇ ਵਿੱਚ ਹੋਰ ਲੈ ਕੇ ਆਉਣੇ ਆ। ਸੋ ਇਸ ਕਰਕੇ ਇੱਥੇ ਜਿਹੜੇ ਬੈਠੇ ਆ, ਅਸੀਂ ਤਾਂ ਰਿਕੁਐਸਟ ਕਰਦੇ ਆ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਆਪਣੇ ਇੰਨੇ ਵੱਡੇ ਪੱਧਰ ਤੇ ਸੰਘਰਸ਼ ਹੀ ਕਵਾਂਗੇ ਆਪਾਂ ਕਰਕੇ ਇਹਨਾਂ ਨੇ ਇਸ ਟਾਈਮ ਤੇ ਵੀ ਕਰ ਰਹੇ ਨੇ, ਜਿਹੜਾ ਕਿ ਵੱਡੇ ਜਿਹੜੇ ਕਿ ਪ੍ਰੋਬਲਮਾਂ ਆ ਰਹੀਆਂ ਉਹਨਾਂ ਨੂੰ ਡਾਕੂਮੈਂਟਸ ਨੇ। ਦੇਖੋ ਇਹਨਾਂ ਨੇ ਭਾਵੇਂ ਉਹਨਾਂ ਨੂੰ ਪੀਆਰ ਕਰ ਦੇਣ, ਭਾਵੇਂ ਉਹਨਾਂ ਨੂੰ ਏਦਾਂ ਵੀ ਕਰੀ ਜਾਣ, ਬਟ ਪ੍ਰੋਬਲਮ ਇਹ ਸੀਗੀ ਕਿ ਹਰ ਸਾਲ ਬਾਅਦ 2 ਸਾਲ ਬਾਅਦ ਡਾਕੂਮੈਂਟ ਐਵਰੀ ਟਾਈਮ ਸਾਨੂੰ ਰੀਨੇਵਲ ਕਰਾਉਣੇ ਪੈਂਦੇ ਆ ਹਰ ਟਾਈਮ। ਸੋ ਜੇ ਕੰਟੀਨਿਊ ਸਾਨੂੰ ਡਾਕੂਮੈਂਟ ਦੇਣ ਤਾਂ ਅਸੀਂ ਦਿਲ ਲਾ ਕੇ ਬੰਦਾ ਕੰਮ ਕਰ ਸਕਦਾ। ਜਿਹੜੀ ਸਟ੍ਰੈਸ ਵਿੱਚ ਰਹਿ ਰਹੇ ਨੇ, ਜਿਹੜੀ ਸਟ੍ਰੈਸ ਵਿੱਚੋਂ ਨਿਕਲਣਗੇ, ਉਹ ਬੰਦਾ ਕੰਮ ਵੀ ਹਮੇਸ਼ਾ ਦਿਲ ਲਾ ਕੇ ਕਰਦਾ ਆ। ਫਿਰ ਵੀ ਸਾਨੂੰ ਇਹ ਤਾਂ ਨਹੀਂ ਟੈਨਸ਼ਨ ਵੀ ਸਾਡੇ ਆਉਣ ਵਾਲੇ ਸਮੇਂ ਤੱਕ ਕਦੀ ਬੱਚਿਆਂ ਦੀਆਂ ਸਕੂਲ ਦੇ ਵਿੱਚੋਂ ਲੈਟਰ ਆ ਜਾਂਦਾ, ਕਦੀ ਕਿਤੇ ਉਹ ਲੈਟਰ ਆ ਜਾਂਦਾ ਤੁਹਾਡੀ ਐਕਸਪਾਇਰ ਹੋ ਗਈ, ਕਦੀ ਐਮਐਸਪੀ ਖਤਮ ਹੋ ਗਈ, ਕਦੀ ਕੁਛ ਹੋ ਗਿਆ। ਇਸ ਸਟ੍ਰੈਸ ਚੋਂ ਨਿਕਲਣ ਵਾਸਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਇੱਥੇ ਦੇਖੋ ਪਰਮਾਨੈਂਟ ਤਾਂ ਕਿਸੇ ਵੀ ਦੁਨੀਆ ਦੇ ਵਿੱਚ ਵਰਲਡ ਵਿੱਚ ਕੋਈ ਰਿਹਾ ਨਹੀਂ, ਪਰ ਇੱਕ ਕੰਮ ਕਰਨ ਦੀ ਸਾਡੀ ਵਿਧੀ ਆ। ਜਿਸ ਕੰਟਰੀ 'ਚ ਵੀ ਅਸੀਂ ਆਏ ਆ ਉੱਥੇ ਪਰਮਾਨੈਂਟ ਬੰਦਾ ਕੰਮ ਕਰੇ, ਦਿਲ ਲਾ ਕੇ ਕੰਮ ਕਰੇ। ਜਿੱਥੇ ਵੀ ਆਪਾਂ ਜੋਬਾਂ ਕਰਦੇ ਹਾਂ ਉੱਥੇ ਬੰਦਾ ਜੋਬ ਬੜੀ ਤਸੱਲੀ ਨਾਲ ਕਰਦਾ ਵੀ ਹਾਂ ਠੀਕ ਆ ਕਿ ਸਾਡੇ ਡਾਕੂਮੈਂਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਅਸੀਂ ਇੱਕ ਡਾਕੂਮੈਂਟ ਹੀ ਮੰਗ ਰਹੇ ਆ, ਕਰਨੀਆਂ ਜੋਬਾਂ ਹੀ ਆ। ਭਾਵੇਂ ਜੇ ਕੋਈ ਗੈਸ ਸਟੇਸ਼ਨ ਤੇਲ ਪਾ ਰਿਹਾ ਉਹਨੇ ਤੇਲ ਹੀ ਪਾਉਣਾ ਆ, ਉਹ ਪੀਆਰ ਹੋ ਕੇ ਵੀ ਉਹੀ ਤੇ ਉਸ ਤੋਂ ਬਾਅਦ ਵੀ ਉਹੀ ਕੰਮ ਕਰਨਾ। ਸੋ ਇਸ ਕਰਕੇ ਸਾਡੀ ਇੱਕ ਰਿਕੁਐਸਟ ਆ ਗਵਰਨਮੈਂਟ ਨੂੰ, ਤੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਨਜ਼ਰੀਏ ਵਿੱਚ ਦੇਖਣ। ਇਹ ਨਹੀਂ ਕਿ ਤੁਸੀਂ ਫਰੰਟਲਾਈਨ ਉਹਨਾਂ ਨੂੰ ਕਰ ਦਿੱਤਾ ਆ ਤੇ ਬਾਕੀ ਵੀ ਰਿਫਿਊਜੀ ਵੀ, ਇੱਥੋਂ ਤੱਕ ਰਿਫਿਊਜੀ ਵੀ ਹਜੇ ਬਾਕੀ ਬੈਠੇ ਨੇ ਜਿਹੜੇ ਉਹ ਵੀ ਫਰੰਟਲਾਈਨ ਕੰਮ ਕਰ ਰਹੇ ਨੇ ਬਾਕੀ ਜਗ੍ਹਾ ਦੇ ਉੱਤੇ। ਸੋ ਵਰਕ ਪਰਮਿਟ ਹੋਲਡਰ, ਸਟੂਡੈਂਟ, ਇਹ ਵੀ ਇੱਕ ਰਿਕੁਐਸਟ ਕਰਦੇ ਆ ਕਿ ਅਸੀਂ ਇੱਥੇ ਜੇ ਕੰਟਰੀ ਵਿੱਚ ਆ, ਭਾਵੇਂ ਪਹਿਲਾਂ ਦੇਖੋ ਉਹਨਾਂ ਨੇ ਫੀਸਾਂ ਭਰੀਆਂ ਵਾ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ, ਤੇ ਅਸੀਂ ਤੁਹਾਡੇ ਸਾਹਮਣੇ ਵਰਕ ਪਰਮਿਟ ਹੋਲਡਰ ਵੀ ਆਏ ਤਾਂ ਉਹ ਵੀ ਕਿਸ ਤਰੀਕੇ ਨਾਲ ਸਾਰਿਆਂ ਨੂੰ ਲੋੜ ਨਹੀਂ ਗੀ।
ਜੀ, ਥੈਂਕ ਯੂ। ਬਿਲਕੁਲ ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਹੈ, ਪਰ ਇਸ ਗੱਲ ਨੂੰ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਵੇਂ ਕਿ ਉਹਨਾਂ ਦੇ ਵੱਲੋਂ ਜਿਹੜੇ ਕੋਵਿਡ-19 ਦੇ ਮਰੀਜ਼ਾਂ ਦੇ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਪੱਕੇ ਕਰਨ ਦਾ ਜਿਹੜੇ ਰਿਫਿਊਜੀ ਸੀ ਫੈਸਲਾ ਲਿਆ ਗਿਆ, ਉਸ ਦੀ ਸ਼ਲਾਘਾ ਵੀ ਕੀਤੀ ਹੈ। ਪਰ ਜਿਹੜੀ ਹੁਣ ਤੁਸੀਂ ਇਹ ਮੰਗ ਕਰ ਰਹੇ ਹੋ, ਪਟੀਸ਼ਨ 'ਚ ਪਹਿਲਾਂ ਵੀ ਮੰਗ ਕੀਤੀ ਜਾ ਰਹੀ ਸੀ ਤੇ ਆਫੀਸ਼ੀਅਲ ਕਿਸੇ ਅਧਿਕਾਰੀ ਦੇ ਕੋਲ ਜਾ ਕੇ ਤੁਸੀਂ ਹੁਣ ਇਹ ਜ਼ਿਕਰ ਕੀਤਾ? ਹਾਂਜੀ, ਅਸੀਂ ਹਜੇ ਫਿਲਹਾਲ ਜਿਹੜਾ ਨਵਾਂ ਫੈਸਲਾ ਲਿਆ ਇਹਦੇ ਉੱਤੇ ਤਾਂ ਨਹੀਂ ਕੀਤਾ, ਬਟ ਅਸੀਂ ਇੱਕ ਹੋਰ ਜਿਹੜੀ ਸਾਡੀ ਚੱਲ ਰਹੀ ਰੈਗੂਲਰ ਜਿਹੜੀ ਪਟੀਸ਼ਨ ਆ, ਉਹਦੇ ਉੱਤੇ ਕਾਫ਼ੀ ਵੱਡੇ ਪੱਧਰ ਤੇ ਕੰਮ ਚੱਲਿਆ ਔਰ ਅਸੀਂ ਕਾਫ਼ੀ ਸਾਨੂੰ ਹੁੰਗਾਰੇ ਵੀ ਮਿਲੇ ਆ। ਮੈਂਬਰ ਆਫ ਪਾਰਲੀਮੈਂਟ ਨੇ ਸਾਡੇ ਨਾਲ ਅਸੀਂ ਕੰਟੈਕਟ ਕੀਤਾ, ਉਹਨਾਂ ਨੇ ਕਾਫ਼ੀ ਸਾਨੂੰ ਉਹ ਤਸੱਲੀ ਦੇ ਰਿਹਾ ਕਿ ਅਸੀਂ ਇਹਦੇ ਉੱਤੇ ਕੰਮ ਕਰਾਂਗੇ। ਅਸੀਂ ਨਾਲ ਦੀ ਨਾਲ ਇੱਕ ਹੋਰ ਦੱਸ ਦਈਏ ਕਿ ਅਸੀਂ ਹੁਣ ਲਾਸਟ ਜਿਹੜੀ ਹੁਣ ਸਾਡੀ ਇੱਕ ਪਟੀਸ਼ਨ ਹੋਰ ਪਾਈ ਆ ਸਾਡੇ ਲਾਇਰ ਮਿਸਟਰ ਅਮਿਤ ਵਰਮਾ ਜੀ ਨੇ, ਉਹਨਾਂ ਵੱਲੋਂ ਇੱਕ ਪਾਈ ਗਈ ਹੈ, ਜਿਹੜੇ ਸਿਟੀਜ਼ਨ ਹੀ ਸਾਈਨ ਕਰਨਗੇ ਉਹਦੇ ਉੱਤੇ, ਇਹਦੀ ਪ੍ਰੈਜ਼ੈਂਟਿੰਗ ਇਹਨੂੰ ਕਰਨਗੇ ਸਰਦਾਰ ਆਪਣੇ ਰਣਦੀਪ ਸਰਾਏ ਸਾਹਿਬ ਜੀ, ਤੇ ਉਹਨਾਂ ਦੇ ਨਾਲ ਹੋਰ ਮੈਂਬਰ ਪਾਰਲੀਮੈਂਟ ਹੈਗੇ ਨੇ ਜਿਹੜੇ ਜੈਨੀ ਕੁਆਨ ਜੀ ਆ ਜਾਂ ਹੋਰ ਵੀ ਉਹਦੇ ਤੇ ਕੰਮ ਕਰਨਗੇ। ਸਾਨੂੰ ਪੂਰੀ ਉਮੀਦ ਆ, ਜੋ ਕਿ ਹਾਊਸ ਆਫ ਕਾਮਨ ਦੇ ਵਿੱਚ ਉਹ ਪਾਸ ਕਰਾਈ ਗਈ ਆ ਲੈਂਗੁਏਜ ਉਹਦੀ, ਸੋ ਉਹਦੇ ਉੱਤੇ ਉਹਨਾਂ ਨੇ ਕੰਮ ਕਰਨਾ। ਜੇ ਕਿਸੇ ਨੇ ਸਾਈਨ ਵੀ ਕਰਨੇ ਹੋਣ ਤੇ ਸਿਟੀਜ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਅਸੀਂ ਦੇਖੋ ਅਸੀਂ ਇਸ ਕੰਟਰੀ ਵਿੱਚ ਆਏ ਹਾਂ, ਅਸੀਂ ਹਰ ਜਗ੍ਹਾ ਦੇ ਉੱਤੇ ਇਹਨੂੰ ਸੇਵਾ ਭਾਵਨਾ ਕਰਕੇ, ਬੇਸ਼ੱਕ ਅਸੀਂ ਇਹ ਤੋਂ ਬੱਚੇ ਪਾਲਦੇ ਹਾਂ, ਭਵਿੱਖ ਦੇਖਦੇ ਹਾਂ, ਹਰ ਚੀਜ਼ ਦੇਖਦੇ ਹਾਂ, ਤੇ ਅਸੀਂ ਇੱਥੇ ਜੇ ਆਏ ਹਾਂ ਤੇ ਇਹਦੇ ਵਾਸਤੇ ਇਹਨਾਂ ਨੂੰ ਉਹਦੇ ਪਟੀਸ਼ਨ ਦੇ ਉੱਤੇ ਸਾਈਨ ਕਰਨੇ ਚਾਹੀਦੇ। ਜੋ ਪਟੀਸ਼ਨ ਹੈਗੀ E2991 ਦੇ ਉੱਤੇ ਗੂਗਲ ਸਰਚ ਕਰ ਸਕਦੇ ਆ। ਰਣਦੀਪ ਸਰਾਏ ਸਾਹਿਬ ਦੀ ਫੋਟੋ ਤੇ ਲੱਗੀ ਹੋਈ ਆ, ਆਪਣੇ ਅਮਿਤ ਵਰਮਾ ਜੀ ਵੱਲੋਂ ਪਾਈ ਗਈ ਆ, ਉਹਦੇ ਤੇ ਸਿਟੀਜ਼ਨ ਸਾਈਨ ਕਰਨ ਤੇ ਇਹਦੀ ਪ੍ਰੈਜ਼ੈਂਟ ਜਿਹੜੀ ਮੈਂਬਰ ਆਫ ਪਾਰਲੀਮੈਂਟ ਵਿੱਚ ਜਾ ਕੇ ਸਾਡੇ ਰਣਦੀਪ ਸਰਾਏ ਸਾਹਿਬ ਜੀ ਕਰਨਗੇ ਔਰ 3 ਮੈਂਬਰ ਪਾਰਲੀਮੈਂਟ। ਜੀ, ਸੋ ਅਸੀਂ ਉਮੀਦ ਹੈ ਕਿ ਸਾਨੂੰ ਬਹੁਤ ਜਲਦੀ ਕੋਈ ਚੰਗਾ ਇਹਦੇ ਤੇ ਵੀ ਜਿਹੜਾ ਲੋਕਾਂ ਨੇ ਇੰਨੀ ਉਮੀਦ ਰੱਖ ਕੇ ਸਾਈਨ ਕੀਤੇ ਨੇ, ਸਿਟੀਜ਼ਨਾਂ ਨੇ, ਪੀਆਰਾਂ ਨੇ ਆ ਕੇ ਇੱਥੇ ਮੈਨੂਅਲ ਸਾਈਨ ਕੀਤੇ ਨੇ ਤੇ 30,000 ਪਲੱਸ ਬੰਦਿਆਂ ਨੇ ਆਨਲਾਈਨ ਸਾਈਨ ਕੀਤੇ ਨੇ, ਉਹ ਉਮੀਦ ਰੱਖ ਕੇ ਕਿ ਅਸੀਂ ਇਸ ਸਾਲ ਵਿੱਚ ਇਹ ਜਿਹੜੀ ਇੱਕ ਨੈਚੁਰਲੀ ਇੱਕ ਅਰਦਾਸ ਜਿਹੜੀ ਆਈ ਆ ਕੋਵਿਡ, ਇਹਦੇ ਵਿੱਚ ਲੋੜ ਨਹੀਂ ਸੀ ਕਿ ਕੰਟੀਨਿਊਸ ਕੰਮ ਕਰੀ ਜਾਂਦੇ ਸੀ, ਹਰ ਇੱਕ ਬੰਦਾ ਕਰੀ ਜਾਂਦਾ ਸੀ, ਪਰ ਕੋਵਿਡ ਵਿੱਚ ਕਰਕੇ ਇਹ ਪ੍ਰੋਬਲਮ ਤੇ ਹਰ ਇੱਕ ਬੰਦਾ ਨਿਕਲ ਰਿਹਾ ਇਸ ਟਾਈਮ ਦੇ ਉੱਤੇ। ਸੋ ਇਸ ਬਿਲਕੁਲ। ਕਰਕੇ ਕਰ ਰਹੇ। ਜੀ, ਬਿਲਕੁਲ ਮੈਂ ਇਸ ਪਟੀਸ਼ਨ ਬਾਰੇ ਵਿਸਥਾਰ 'ਚ ਇੱਕ ਦੁਬਾਰਾ ਸਵਾਲ ਪੁੱਛਾਂਗੀ। ਮਨਪ੍ਰੀਤ, ਤੁਸੀਂ ਇਹਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਸਮੇਂ ਜਿਹੜਾ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਵੀ ਜ਼ਿਕਰ ਬਾਰ-ਬਾਰ ਜਿਹੜਾ ਇਸ ਦੇ ਬਾਰੇ ਕੀਤਾ ਗਿਆ, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 12 ਲੱਖ ਬੰਦਾ ਪੱਕਾ ਕੀਤਾ ਜਾਣਾ ਹੈ, ਉਸ ਦੇ ਵਿੱਚ ਜੋ ਪਹਿਲ ਹੈ ਉਹ ਕੈਨੇਡਾ ਵਿੱਚ ਮੌਜੂਦ ਵਿਅਕਤੀ ਨੇ ਉਹਨਾਂ ਨੂੰ ਦਿੱਤੀ ਜਾਣੀ ਹੈ। ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਤੁਹਾਡਾ ਮੰਗ ਕੀਤੀ ਜਾ ਰਹੀ ਸੀ, ਕੀ ਉਸ ਦੇ ਵਿੱਚ ਇਸ ਜਿਹੜੇ ਇਹ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ, ਉਸ ਦੇ ਅਧੀਨ ਨਹੀਂ ਆਉਂਦੀ ਇਹ? ਹਾਂਜੀ, ਬਿਲਕੁਲ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਜੀ, ਸਤਿ ਸ਼੍ਰੀ ਤੇ ਮੇਰੇ ਵੱਲੋਂ PNCN ਚੈਨਲ ਤੇ ਉਹਨਾਂ ਦੇ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਧੰਨਵਾਦ। ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਜਿਹਦਾ ਅੱਜ ਸਿੱਟਾ ਆਪਣੇ ਸਾਹਮਣੇ ਨਿਕਲ ਕੇ ਆ ਰਿਹਾ ਕਿ ਕੈਨੇਡੀਅਨ ਗਵਰਨਮੈਂਟ ਨੇ ਨਵੇਂ ਤੋਂ ਨਵੇਂ ਫੈਸਲੇ ਕੀਤੇ ਨੇ। ਇਸ ਪਟੀਸ਼ਨ ਮੈਂ ਮੰਨਦਾ ਕਿਸੇ ਹੱਦ ਤੱਕ, ਜਿਹੜੇ ਅਸੀਂ ਇਨੀਸ਼ੀਏਟਿਵ ਲਿਆ, ਅਸੀਂ ਪਟੀਸ਼ਨ ਸ਼ੁਰੂ ਕੀਤੀ, ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ, ਮਿਨਿਸਟਰ MPs ਦਾ ਹੁੰਗਾਰਾ ਮਿਲਿਆ, ਸਾਨੂੰ ਉਹਨਾਂ ਨੇ ਆਪਣੇ ਕੀਮਤੀ ਟਾਈਮ ਦੇ ਵਿੱਚ ਟਾਈਮ ਦਿੱਤਾ ਤੇ ਜਿਹਦਾ ਆਪਾਂ ਰਿਜ਼ਲਟ ਦੇਖ ਰਹੇ ਹਾਂ, ਹੌਲੀ-ਹੌਲੀ ਸਾਹਮਣੇ ਆ ਰਿਹਾ ਤੇ ਬਹੁਤ ਲੋਕਾਂ ਨੂੰ ਖੁਸ਼ੀ ਮਿਲ ਰਹੀ ਆ, ਕਿਉਂਕਿ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਉਹਨਾਂ ਨੂੰ PR ਸਟੇਟਸ ਸਾਹਮਣੇ ਦਿਸਣ ਲੱਗ ਪਿਆ। ਇਹ ਬਹੁਤ ਵਧੀਆ ਗੱਲ ਆ। ਤੇ ਇੱਕ ਚੀਜ਼ ਮੈਂ ਇਹ ਵੀ ਸਪੈਸ਼ਲੀ ਕੈਨੇਡੀਅਨ ਗਵਰਨਮੈਂਟ ਦਾ ਤੇ ਇਮੀਗ੍ਰੇਸ਼ਨ ਮਿਨਿਸਟਰ ਹੋ ਗਏ ਤੇ ਪ੍ਰਾਈਮ ਮਿਨਿਸਟਰ ਹੋ ਗਏ, ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਪਟੀਸ਼ਨ ਨੂੰ ਚੰਗੀ ਤਰ੍ਹਾਂ ਸਮਝਿਆ। ਅਸੀਂ ਸਪੈਸ਼ਲ ਕਾਪੀਆਂ ਵੀ ਉਹਨਾਂ ਨੂੰ ਭੇਜੀਆਂ ਤੇ ਨਾਲ TV ਚੈਨਲ, ਨਿਊਜ਼ ਚੈਨਲ ਦੇ ਜ਼ਰੀਏ ਵੀ ਆਪਣੀ ਗੱਲ ਉਹਨਾਂ ਤੱਕ ਪਹੁੰਚਾਈ ਤੇ ਉਹਨਾਂ ਨੇ ਹੁਣ ਫੈਸਲਾ ਵੀ ਕੀਤਾ ਤੇ ਅਸੀਂ ਬਹੁਤ ਖੁਸ਼ ਹਾਂ। ਜਿੱਦਾਂ ਪਹਿਲਾਂ ਉਹਨੇ ਕਿਊਬਕ ਦੇ ਵਿੱਚ 1000 ਬੰਦੇ ਨੂੰ ਪੱਕਾ ਕੀਤਾ ਸੀ, ਜਿਹੜੇ ਰਿਫਿਊਜੀ ਸੀਗੇ, ਜਿਨ੍ਹਾਂ ਨੇ ਹੈਲਥ ਕੇਅਰ 'ਚ ਕੰਮ ਕੀਤਾ ਸੀ। ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਚੈਨਲ ਜ਼ਰੀਏ ਉਹਨਾਂ ਤੱਕ ਗੱਲ ਪਹੁੰਚਾਈ ਕਿ ਹੈਲਥ ਕੇਅਰ ਤਾਂ ਹਰ ਇੱਕ ਵਰਗ, ਹਰ ਇੱਕ ਪ੍ਰੋਵਿੰਸ ਦੇ ਵਿੱਚ ਬੈਠੇ ਹੋਏ ਨੇ ਜਿਹੜੇ ਰਿਫਿਊਜੀ ਨੇ। ਫਿਰ ਉਹਨਾਂ ਨੇ ਉਸ ਗੱਲ ਤੇ ਵੀ ਗੌਰ ਕੀਤਾ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ ਗਵਰਨਮੈਂਟ ਨੇ ਆਪ ਅਨਾਉਂਸ ਕਰ ਦਿੱਤਾ। ਇਹ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਵਾਸਤੇ ਵੀ ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਚੀਜ਼ ਦੇ ਇਸ ਵਰਗ ਦੇ ਵਿੱਚ ਕੰਮ ਕਰਦੇ ਸੀ ਤੇ ਜਿਨ੍ਹਾਂ ਨੂੰ ਅੱਜ PR ਸਟੇਟਸ ਸਾਹਮਣੇ ਦਿਸ ਰਿਹਾ ਕਿ ਹਾਂ ਵੀ ਜਲਦੀ ਅਸੀਂ ਹੁਣ PR ਹੋ ਜਾਵਾਂਗੇ। ਇਹਦੇ ਨਾਲ ਹੀ ਸਾਡੀ ਸਰਕਾਰਾਂ ਨੂੰ, ਸਪੈਸ਼ਲੀ ਪ੍ਰਾਈਮ ਮਿਨਿਸਟਰ ਨੂੰ ਤੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਇਹ ਦਰਖਾਸਤ ਆ ਬਈ ਕੱਲੇ ਹੈਲਥ ਕੇਅਰ ਨਹੀਂ, ਤੁਸੀਂ ਹਰ ਇੱਕ ਵਰਗ ਦੇ ਵਿੱਚ, ਤੁਸੀਂ ਹਰ ਇੱਕ ਫੀਲਡ ਦੇ ਵਿੱਚ ਦੇਖੋ ਲੋਕ ਹੈਗੇ ਨੇ। ਤੁਸੀਂ ਚਲੋ ਸਰਕਾਰਾਂ ਨੇ ਵੀ ਫੈਸਲੇ ਸੋਚ ਸਮਝ ਕੇ ਕੈਟਾਗਰੀ ਦੇ ਹਿਸਾਬ ਦੇ ਨਾਲ ਲੈਣੇ ਹੁੰਦੇ ਨੇ, ਅਸੀਂ ਸਮਝਦੇ ਹਾਂ, ਪਰ ਇੱਕ ਚੀਜ਼ ਤਾਂ ਇਹ ਵੀ ਹੈ ਨਾ, ਜੋ ਕੈਨੇਡੀਅਨ ਗਵਰਨਮੈਂਟ ਕਹਿ ਰਹੀ ਹੈ ਕਿ ਬਹੁਤ ਵੱਡੇ ਪੱਧਰ ਤੇ ਅਸੀਂ ਲੋਕ ਬਾਹਰੋਂ ਮੰਗਵਾ ਰਹੇ ਹਾਂ ਤੇ ਬਹੁਤ ਵੱਡੇ ਪੱਧਰ ਤੇ ਲੋਕ ਕੈਨੇਡਾ ਦੇ ਵਿੱਚ ਬੈਠੇ ਵੀ ਹੋਏ ਨੇ, ਜਿਹੜੇ ਕੱਚੇ ਨੇ, ਜਿਹੜੇ ਸਾਲਾਂ ਤੋਂ ਜਦੋਜਹਿਦ ਕਰ ਰਹੇ ਨੇ, ਆਪਣੀਆਂ ਫੈਮਲੀਆਂ ਦੇ ਨਾਲ ਨੇ ਤੇ ਇੱਥੋਂ ਦੇ ਰੂਲ ਨੂੰ ਫੋਲੋ ਕਰ ਰਹੇ ਨੇ।
ਤੇ ਅਸੀਂ ਚਾਹੁੰਦੇ ਹਾਂ ਕਿ ਗਵਰਨਮੈਂਟ ਉਹਨਾਂ ਵੱਲ ਵੀ ਦੇਖੇ, ਹਰੇਕ ਅਦਾਰੇ ਵਿੱਚ ਦੇਖੇ, ਕਿਉਂਕਿ ਇਹ ਚੇਨ ਆ, ਹਰ ਇੱਕ ਕਹਿ ਲਈਏ ਵੀ ਫੀਲਡ ਦੇ ਵਿੱਚ ਬੰਦਾ ਕੰਮ ਕਰ ਰਿਹਾ ਤੇ ਹਰ ਇੱਕ ਫੀਲਡ ਇੱਕ ਦੂਜੇ ਨਾਲ ਜੁੜੀ ਹੋਈ ਹੈ, ਜਿਹਦੇ ਵਿੱਚ ਸਾਨੂੰ ਐਂ ਲੱਗਦਾ ਹੈ ਕਿ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੇ ਇੱਧਰ ਲੋਕ ਨੇ, ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਹਰ ਇੱਕ ਬੰਦੇ ਨੂੰ ਪੱਕਾ ਕਰ ਦਿਓ, ਪਰ ਜਿਹੜੇ ਬੰਦੇ ਇੱਥੇ ਪੁਰਾਣੇ ਰਹਿ ਰਹੇ ਨੇ, ਟੈਕਸ ਪੇ ਕਰ ਰਹੇ ਨੇ, ਲੀਗਲ ਤੌਰ ਤੇ ਰਹਿ ਰਹੇ ਨੇ, ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਪ੍ਰੋਪਰ ਹਰ ਚੀਜ਼, ਹਰ ਰੂਲ ਨੂੰ ਫੋਲੋ ਕਰ ਰਹੇ ਨੇ, ਤੇ ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਤੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਕਿ ਜਿਹੜੀ ਸਾਡੀ ਪਟੀਸ਼ਨ ਅਸੀਂ ਸਾਈਨ ਕਰਵਾਈ ਸੀ ਬਹੁਤ ਵੱਡੇ ਪੱਧਰ ਤੇ, ਉਸ ਵਿੱਚ ਲੋਕਾਂ ਨੇ ਸ਼ਮੂਲੀਅਤ ਦਿੱਤੀ, ਫਿਰ ਕੈਨੇਡੀਅਨ ਗਵਰਨਮੈਂਟ ਨੇ ਉਹਨੂੰ ਹਾਊਸ ਆਫ ਕਾਮਨ ਦੇ ਵਿੱਚ ਉਹਦੀ ਲੈਂਗੁਏਜ ਚੇਂਜ ਕਰਕੇ ਉਹਨੂੰ ਉੱਥੇ ਅਪਰੂਵਲ ਦਿੱਤੀ। ਹੁਣ ਹਾਊਸ ਆਫ ਕਾਮਨ ਵੱਲੋਂ ਹੀ ਪਟੀਸ਼ਨ ਇੱਕ ਆਪਣੀ ਵੈਬਸਾਈਟ ਤੇ ਪਾਈ ਗਈ ਹੈ, ਜਿਹਦੀ ਅਗਵਾਈ ਮਿਸਟਰ ਰਣਦੀਪ ਸਰਾਏ ਕਰਨਗੇ ਪਾਰਲੀਮੈਂਟ ਦੇ ਵਿੱਚ, ਤੇ ਜਿਨ੍ਹਾਂ ਦਾ ਇਨੀਸ਼ੀਏਟਿਵ ਸਾਰਾ ਲਿਆ ਉਹ ਮਿਸਟਰ ਅਮਿਤ ਵਰਮਾ, ਜੋ ਸਾਡੇ ਸੁਸਾਇਟੀ ਦੇ ਐਡਵੋਕੇਟ ਨੇ, ਉਹਨਾਂ ਨੇ ਲਿਆ। ਤੇ ਉਸ ਪਟੀਸ਼ਨ ਦੇ ਵਿੱਚ ਹੁਣ ਤੱਕ 155 ਲੋਕ 155 ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਸਾਈਨ ਕਰ ਚੁੱਕੇ ਨੇ। ਤੇ ਅਸੀਂ ਅਪੀਲ ਕਰਦੇ ਹਾਂ ਪੂਰੇ ਕੈਨੇਡਾ ਦੇ ਵਿੱਚ ਜਿੰਨੇ ਵੀ ਸਿਟੀਜ਼ਨ ਹੈਗੇ ਨੇ ਵੀ ਉਸ ਪਟੀਸ਼ਨ ਨੂੰ ਸਾਈਨ ਕਰਨ। ਉਸ ਜਿੱਦਾਂ ਕਿ ਮੇਰੇ ਕਲੀਗ ਨੇ ਤੁਹਾਨੂੰ ਦੱਸਿਆ ਕਿ ਪਟੀਸ਼ਨ ਦਾ ਨੰਬਰ E2990 ਹੈ, ਤੇ ਜਦੋਂ ਤੁਸੀਂ ਹਾਊਸ ਆਫ ਕਾਮਨ 'ਚ ਜਾਓਗੇ, ਗੂਗਲ ਕਰੋਗੇ ਤੇ E2990 ਪਟੀਸ਼ਨ ਜਿਹੜਾ ਨੰਬਰ ਲਿਖਿਆ ਹੋਊਗਾ, ਥੱਲੇ ਥੋੜਾ ਜਿਹਾ ਆਪਾਂ ਥੱਲੇ ਸਕਰੋਲ ਡਾਊਨ ਕਰਾਂਗੇ ਤਾਂ ਰਣਦੀਪ ਸਰਾਏ ਜੀ ਦੀ ਪਿਕਚਰ ਵੀ ਤੁਹਾਨੂੰ ਨਜ਼ਰ ਆਊਗੀ। ਜੀ, ਇਸ ਪਟੀਸ਼ਨ ਦਾ ਲਿੰਕ ਅਸੀਂ ਕਮੈਂਟ ਬਾਕਸ ਸ਼ੇਅਰ ਕਰ ਦਵਾਂਗੇ। ਬਿਲਕੁਲ ਜੀ, ਧੰਨਵਾਦ। ਤੇ ਉਹ ਜਿਹੜੀ ਪਟੀਸ਼ਨ ਆ, ਤੁਸੀਂ ਜਿੰਨੇ ਸਿਟੀਜ਼ਨ ਹੈਗੇ ਨੇ ਪੂਰੇ ਕੈਨੇਡਾ ਭਰ ਦੇ ਵਿੱਚ, ਅਸੀਂ ਦੇਖ ਰਹੇ ਹਾਂ, ਰੋਜ਼ ਚੈੱਕ ਕਰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਂ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਤੇ ਉਹ ਆ ਸਾਈਨ ਕਰ ਰਹੇ ਨੇ। ਸਭ ਤੋਂ ਜ਼ਿਆਦਾ ਸਾਈਨ ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਨੇ, ਪਰ ਮੈਨੂੰ ਉਮੀਦ ਹੈ ਕਿ ਕੈਨੇਡਾ ਦੇ ਜਿੰਨੇ ਵੀ ਸੂਬੇ ਆ, ਸਾਰੇ ਸੂਬਿਆਂ ਦੇ ਜਿਹੜੇ ਸਿਟੀਜ਼ਨ ਨੇ ਉਹ ਇਸ ਪਟੀਸ਼ਨ ਨੂੰ ਵੱਧ ਤੋਂ ਵੱਧ ਸਾਈਨ ਕਰਨਗੇ, ਤਾਂ ਕਿ ਜ਼ਮੀਨੀ ਪੱਧਰ ਤੇ ਹਾਊਸ ਆਫ ਕਾਮਨ ਨੂੰ ਇਹ ਰਿਅਲਾਈਜ਼ ਹੋਵੇ ਕਿ ਵਾਕਈ ਵਿੱਚ ਹੀ ਜਿਹੜੇ ਲੋਕ ਆ ਉਹ ਚਾਹੁੰਦੇ ਆ, ਇਹਨਾਂ ਤੋਂ ਖੁਸ਼ ਆ, ਜਿਹੜੇ ਇਮੀਗ੍ਰੈਂਟ ਇੱਥੇ ਆਏ ਨੇ ਇਹਨਾਂ ਤੋਂ ਖੁਸ਼ ਆ, ਤੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਪੀਆਰ ਸਟੇਟਸ ਦਿੱਤਾ ਜਾਵੇ। ਤੇ ਫਿਰ ਜਸਵਿੰਦਰ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਜਿਵੇਂ ਕਿ ਗੱਲ ਉਹਨਾਂ ਨੇ ਕੀਤੀ ਕਿ ਜਿਹੜੇ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਨੇ, ਪੱਕੇ ਕਰਨ ਵਿੱਚ ਉਹਨਾਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ, ਤਾਂ ਇਸ ਤੇ ਇਹ ਵੀ ਹੈ ਕਿ ਹੋ ਸਕਦਾ ਉਹਨਾਂ ਦੇ ਲਈ ਪੁਆਇੰਟ ਸਿਸਟਮ ਥੋੜਾ ਹੇਠਾਂ ਲਿਆਂਦਾ ਜਾਵੇ ਤੇ ਜਿਹੜੇ ਲੋ ਸਕਿਲਡ ਵਰਕਰ ਨੇ ਉਹਨਾਂ ਦੇ ਵਾਸਤੇ ਮਦਦ ਕੀਤੀ ਜਾਵੇ। ਪਰ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਸਿੱਧੇ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ, ਜਾਂ ਉਹ ਇਸ ਪ੍ਰਕਿਰਿਆ ਵਿੱਚੋਂ ਲੰਘਣ ਕਿ ਕੁਝ ਨਾ ਕੁਝ ਪੁਆਇੰਟ ਤਾਂ ਉਹਨਾਂ ਦੇ ਬਣਨ? ਹਾਂਜੀ, ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਬਿਲਕੁਲ ਗੱਲ ਤੁਹਾਡੀ ਠੀਕ ਹੈ। ਦੇਖੋ, ਇਹ ਗਵਰਨਮੈਂਟ ਨੇ ਦੇਖਣਾ। ਵੈਸੇ ਅਸੀਂ ਤੇ ਚਾਹੁੰਦੇ ਹਾਂ, ਜਿੱਦਾਂ ਇਹਨਾਂ ਨੇ ਪਹਿਲਾਂ 1000 ਬੰਦਾ ਪਹਿਲਾਂ ਪੱਕਾ ਕੀਤਾ ਕਿਊਬਿਕ ਦੇ ਵਿੱਚ, ਉਹਨਾਂ ਤੋਂ ਕੋਈ ਇਹ ਚੀਜ਼ਾਂ ਨਹੀਂ ਦੇਖੀਆਂ ਗਈਆਂ। ਸੋ ਉਹ ਰਾਈਟ ਵੇ ਇੱਕ ਦਿਨ ਦੇ ਵਿੱਚ ਹੀ ਦੂਸਰੇ ਦਿਨ ਉਹਨੂੰ ਕੀਤਾ ਗਿਆ ਆ। ਔਰ ਪਹਿਲਾਂ ਵੀ ਜਦੋਂ ਇਹਨਾਂ ਦੇ ਟਰੂਡੋ ਤੇ ਫਾਦਰ ਸਾਹਿਬ ਨੇ ਕੀਤੇ ਸੀ, ਉਸ ਟਾਈਮ ਤੇ ਵੀ ਇਹ ਚੀਜ਼ਾਂ ਨਹੀਂ ਦੇਖੀਆਂ ਗਈਆਂ। ਇੱਕ ਇਹਨਾਂ ਨੇ ਸਿਰਫ ਲਿਆਉਣਾ ਹੁੰਦਾ ਆ, ਪ੍ਰਾਈਮ ਮਿਨਿਸਟਰ ਦੇ ਹੱਥ 'ਚ ਹੁੰਦਾ ਆ ਸਾਰਾ ਕੁਛ, ਕਿ ਜੇ ਚਾਹੁਣ ਤਾਂ ਇੱਕ ਦਿਨ ਦੇ ਵਿੱਚ ਹੀ ਸਾਰੇ ਪੱਕੇ ਕਰ ਸਕਦੇ ਆ। ਬਟ ਫਿਰ ਵੀ ਜੇ ਇਹਨਾਂ ਨੇ ਕੋਈ ਕੰਡੀਸ਼ਨਾਂ ਰੱਖਣੀਆਂ ਆ ਤਾਂ ਉਹਨੂੰ ਜ਼ਰੂਰ ਥੋੜ੍ਹੀਆਂ ਨੇ ਉਹਨੂੰ ਲੂਜ਼ ਕਰਨਾ ਚਾਹੀਦਾ ਆ, ਜਿਹਦੇ ਨਾਲ ਕਿ ਹਰ ਇੱਕ ਬੰਦਾ ਪੱਕਾ ਹੋ ਸਕੇ। ਅਸੀਂ ਤਾਂ ਇਹੀ ਮੰਗ ਕਰਾਂਗੇ ਜੀ। ਜੀ, ਬਿਲਕੁਲ, ਕਿਉਂਕਿ ਜਿਹੜਾ ਹੁਣ ਅੱਗੇ ਟੀਚਾ ਧਾਰਿਆ ਵੀ ਗਿਆ ਇਮੀਗ੍ਰੇਸ਼ਨ ਨੂੰ ਲੈ ਕੇ, ਉਹ ਇਕੋਨੋਮੀ ਨੂੰ ਵੀ ਜਿਹੜਾ ਸਾਥ ਹੋਵੇ ਕਿ ਵੱਧ ਤੋਂ ਵੱਧ ਜਿਹੜਾ ਕੈਨੇਡਾ ਸਰਕਾਰ ਨੂੰ ਇਸ ਸਮੇਂ COVID-19 ਦੌਰਾਨ ਖਰਚਾ ਵੀ ਇੰਨਾ ਜ਼ਿਆਦਾ ਹੋਇਆ ਹੈ, ਉਸ ਨੂੰ ਸਹਾਰਾ ਦੇਣ ਦੇ ਵਾਸਤੇ ਵੀ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਨਿਰਭਰ ਕਰੇਗਾ। ਪਰ ਜੇਕਰ ਕੈਨੇਡਾ ਦੇ ਵਿੱਚ ਹੀ ਮੌਜੂਦ ਜਿਹੜੇ ਜਿੰਨੇ ਲੱਖ ਵਿਅਕਤੀ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਂਦਾ ਤਾਂ ਉਸ ਟੀਚੇ ਦੇ ਉੱਤੇ ਵੀ ਅਸਰ ਪਵੇਗਾ, ਤਾਂ ਉਸ ਦੇ ਨਾਲ ਹੀ ਜਿਹੜੀ ਉਹਨਾਂ ਦੀ ਉਹ ਕਮਾਈ ਹੈ ਉਸ ਦੇ ਉੱਤੇ ਵੀ ਕਿਤੇ ਨਾ ਕਿਤੇ ਅਸਰ ਪਵੇਗਾ। ਤਾਂ ਸ਼ਾਇਦ ਇਸ ਕਰਕੇ ਨਾ ਉਹ ਫੈਸਲਾ ਲੈ ਰਹੇ ਹੋ। ਨਹੀਂ, ਇਹਦੇ ਵਿੱਚ ਦੇਖੋ, ਉਹਨਾਂ ਨੂੰ ਸਗੋਂ ਇਹਦਾ ਬੈਨੀਫਿਟ ਆ ਪੱਕੇ ਕਰਨ ਦਾ ਜ਼ਿਆਦਾ, ਜਿੰਨਾ ਸਗੋਂ ਇਹਨਾਂ ਨੇ ਦੇਖੋ ਘਰਾਂ 'ਚ ਬੈਠਿਆਂ ਨੂੰ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਜਦੋਂ ਕਿ ਇਹ ਨੈਚੁਰਲੀ ਅਰੈਸਟ ਆਇਆ। ਉਸ ਟਾਈਮ ਤੇ ਦੇਖੋ ਸਗੋਂ ਇਹਨਾਂ ਨੂੰ ਫਾਇਦਾ ਹੋਏਗਾ, ਜਿੰਨਾ ਇਹਨਾਂ ਨੇ ਪੈਸਾ ਇਸ ਚੀਜ਼ ਤੇ ਹੈਲਪ ਕੀਤੀ ਆ। ਕਿੰਨੇ ਲੋਕ ਜਿਹੜੇ ਇੱਥੇ, ਤੁਹਾਨੂੰ ਪਤਾ ਹੀ, ਆਪਾਂ ਕਹਿਣ ਦੀ ਕੋਈ ਨਹੀਂ ਵੀ ਕੈਸ਼ ਤੇ ਕਿੰਨਾ ਕੁ ਲੋਕ ਕੰਮ ਕਰ ਰਹੇ ਨੇ, ਉਹ ਲੋਕ ਵੀ ਸਾਰਾ ਟੈਕਸ ਇਹਨਾਂ ਕੋਲ ਜਾਏਗਾ। ਫਿਰ ਜਿੰਨੇ ਲੋਕ ਪੱਕੇ ਕਰਨਗੇ ਉਹ ਲਾ ਕੇ ਇੱਥੇ ਆ ਕੇ ਆਪਣੇ ਇਨਵੈਸਟ ਕਰਨਗੇ, ਉੱਧਰੋਂ ਆਪਣਾ ਇੰਡੀਆ ਤੋਂ ਜਾਂ ਕਿੱਥੋਂ ਵੀ ਕਿਹੜੀ ਵੀ ਕੰਟਰੀ 'ਚ ਕੋਈ ਬੈਠਾ ਆ ਤਾਂ ਇੱਥੇ ਇਨਵੈਸਟ ਕਰਨਗੇ, ਘਰ ਬਣਨਗੇ, ਕਿੰਨਾ ਕਾਰੋਬਾਰ ਹੋਰ ਵਧੇਗਾ, ਕਿ ਉਹ ਵੀ ਇਹਨਾਂ ਨੂੰ ਫਾਇਦੇ ਹੋਣਗੇ ਸਾਰੇ ਗਵਰਨਮੈਂਟ ਨੂੰ। ਸੋ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਬੈਨੀਫਿਟ ਗਵਰਨਮੈਂਟ ਨੂੰ ਹੋਣੇ ਆ ਪੱਕੇ ਕਰਨ ਦੇ। ਅਸੀਂ ਜੇ ਚਾਹੁੰਦੇ ਨੇ, ਗਵਰਨਮੈਂਟ ਚਾਹੁੰਦੀ, ਅਸੀਂ ਇਹ ਵੀ ਕਵਾਂਗੇ ਜੇ ਕੁਛ ਕੰਡੀਸ਼ਨਾਂ ਰੱਖ ਕੇ ਸਾਡੇ ਕੋਲ ਫੰਡ ਰੱਖਣਾ ਚਾਹੁੰਦੇ ਆ, ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ। ਵੀ ਜੇ ਕੋਈ ਥੋੜਾ ਬਹੁਤ ਲਾਈਟ ਜਾਂ ਕੋਈ ਫੰਡ, ਜਾਂ ਇਹ ਵੀ ਕਰ ਸਕਦੇ ਆ ਵੀ ਥੋੜੇ ਚਿਰ ਵਾਸਤੇ 1 ਸਾਲ 2 ਸਾਲ ਵਾਸਤੇ ਸਾਨੂੰ ਟੈਕਸ ਜ਼ਿਆਦਾ ਲਾ ਦੇਣ, 1% 2% ਬਾਕੀਆਂ ਨਾਲੋਂ। ਏਦਾਂ ਦਾ ਕੁਛ ਵੀ ਉਹਨਾਂ ਨੂੰ ਫਾਇਦਾ ਹੋ ਸਕਦਾ, ਜਿਹੜਾ ਕਿ ਲੋਕ ਸਟ੍ਰੈਸ ਵਿੱਚੋਂ ਨਿਕਲ ਸਕਦਾ। ਇਹੀ ਸਾਡੀ ਇੱਕ ਰਿਕੁਐਸਟ ਹੈ। ਬਹੁਤ ਫਾਇਦੇ ਹੋ ਸਕਦੇ ਨੇ ਗਵਰਨਮੈਂਟ ਵਿੱਚ ਜੀ। ਤੇ ਫਿਰ ਜਿੰਨੀ ਹੁਣ ਪ੍ਰਕਿਰਿਆ ਵੀ ਚੱਲ ਰਹੀ ਹੈ, ਪਰ ਇਸ ਤੋਂ ਇੱਕ ਤਰ੍ਹਾਂ ਨਾਲ ਇਹ ਤਾਂ ਦੇਖਿਆ ਜਾ ਸਕਦਾ ਹੈ ਕਿ ਇੱਕ ਪੋਜ਼ਿਟਿਵ ਸਾਈਨ ਤਾਂ ਦਿਖਾਈ ਦੇ ਰਿਹਾ ਹੈ।
ਜੀ, ਬਿਲਕੁਲ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਆਹ ਜਿਹੜਾ ਹੁਣ ਆਪਣਾ ਇਹਨਾਂ ਦਾ ਫੈਸਟੀਵਲ ਆ ਰਿਹਾ ਆ ਜਾਂ ਨਿਊ ਈਅਰ ਆ ਰਿਹਾ, ਅਸੀਂ ਤਾਂ ਉਮੀਦ ਇਹੀ ਲਾ ਕੇ ਬੈਠੇ ਹਾਂ ਕਿ ਸਾਨੂੰ ਕੋਈ ਨਾ ਕੋਈ ਜ਼ਰੂਰ ਗਿਫਟ ਦੇ ਰੂਪ ਦੇ ਵਿੱਚ ਸਾਨੂੰ ਇੱਥੇ ਦੇਣਗੇ। ਸੋ ਜੀ, ਅਸੀਂ ਇਹ 14 ਤਰੀਕ ਦਾ ਇਹਨਾਂ ਨੇ ਫੈਸਲਾ ਲਿਆ, ਅਸੀਂ ਤਾਂ ਇਹ ਸ਼ੁਰੂਆਤ ਮੰਨਦੇ ਹਾਂ ਕਿ ਇਹਨਾਂ ਨੇ ਸ਼ੁਰੂਆਤ ਕੀਤੀ ਆ, ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਅਸੀਂ ਉਮੀਦ ਰੱਖਦੇ ਹਾਂ, ਅਸੀਂ ਹੋਪ ਰੱਖਦੇ ਹਾਂ ਕਿ ਸਾਨੂੰ 25 ਦਸੰਬਰ ਜਾਂ 1 ਜਨਵਰੀ ਤੇ 2020 ਦੇ ਵਿੱਚ ਜ਼ਰੂਰ ਕੋਈ ਹੈਪੀਨੈਸ ਜਾਂ ਖੁਸ਼ੀ ਵਾਲਾ ਮਾਹੌਲ ਜ਼ਰੂਰ ਮਿਲੇਗਾ। ਅਸੀਂ ਇਹ ਉਮੀਦ ਰੱਖਦੇ ਹਾਂ ਕਿ ਅਸੀਂ ਇੰਨੇ ਤੰਗ, ਪਰੇਸ਼ਾਨ ਔਰ ਕਿੰਨੇ ਆਪਣੇ ਪੇਰੈਂਟਸ, ਬੱਚੇ ਜਾਂ ਭੈਣ ਭਰਾ ਇੱਕ ਦੂਸਰੇ ਤੋਂ ਦੂਰ ਬੈਠੇ ਆ, ਜਦੋਂ ਉਹਨਾਂ ਨੂੰ ਇੱਕ ਦੂਜੇ ਸਾਰਿਆਂ ਨੂੰ ਮਿਲਾਵਾਂਗੇ। ਹੁਣ ਤੁਸੀਂ ਦੇਖੋ 5-5 ਸਾਲ ਤੋਂ, ਕੋਈ 7-7 ਸਾਲ ਤੋਂ, ਕੋਈ ਕਿਸੇ ਤਰ੍ਹਾਂ ਤੁਸੀਂ ਪਿਛਲੀ ਵਾਰੀ ਦੇਖਿਆ ਹੁਣ 18-18 ਸਾਲ ਹੋ ਗਏ ਜਿਹੜੇ ਛੋਟੇ ਜਿਹੇ ਬੱਚੇ ਨੂੰ ਛੱਡਿਆ ਹੋਇਆ ਹਜੇ ਤੱਕ ਮਿਲੇ ਨਹੀਂ ਹੈਗੇ। ਸੋ ਇਸ ਕਰਕੇ ਉਹ ਕਿੰਨੇ ਜਿਹੜੇ ਹਾਰਡ ਵਰਕ ਕਰਕੇ ਜਾਂ ਇਸ ਕੰਡੀਸ਼ਨ ਦੇ ਵਿੱਚ, ਸਿਚੁਏਸ਼ਨ ਦੇ ਵਿੱਚ ਬੈਠੇ ਨੇ, ਉਹ ਜਦੋਂ ਇਹੋ ਜਿਹੀ ਖੁਸ਼ੀ ਮਿਲੂਗੀ ਤਾਂ ਅਸੀਂ ਉਮੀਦ ਕਰਦੇ ਹਾਂ ਖੁਸ਼ੀਆਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਇਹ ਸਰਕਾਰ ਜਿਹੜੀ ਦੇਖੋ ਆਪਾਂ ਦੇਖੋ ਹੁਣ ਇਸ ਟਾਈਮ ਤੇ ਆਪਣੇ ਇੰਡੀਆ ਦੇ ਵਿੱਚ, ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਲੋਕ ਇੰਨੇ ਠੰਡਾਂ ਦੇ ਵਿੱਚ ਬੈਠੇ ਆ, ਤੇ ਇੱਕ ਕੈਨੇਡਾ ਦੀ ਹੀ ਧਰਤੀ ਤੋਂ ਜਿਹੜੇ ਪ੍ਰਾਈਮ ਮਿਨਿਸਟਰ ਨੇ ਇੱਕ ਹਾਂ ਦਾ ਨਾਰਾ ਮਾਰਿਆ ਕਿ ਅਸੀਂ ਤੁਹਾਡੇ ਨਾਲ ਆ, ਸਪੋਰਟ ਕੀਤੀ ਆ, ਜਿੱਥੇ ਐਡੀ ਦੂਰ ਉਹ ਸੁਣ ਸਕਦੇ ਆਵਾਜ਼, ਤੇ ਅਸੀਂ ਮੰਨਦੇ ਹਾਂ, ਅਸੀਂ ਸਮਝਦੇ ਹਾਂ ਕਿ ਇੱਥੇ ਬੈਠੇ ਬੰਦਿਆਂ ਦੀ ਵੀ ਉਹ ਆਵਾਜ਼ ਜ਼ਰੂਰ ਸੁਣਨਗੇ। ਅਸੀਂ ਬਿਲਕੁਲ ਉਮੀਦ ਰੱਖਦੇ ਹਾਂ, ਪ੍ਰਮਾਤਮਾ ਭਰੋਸਾ ਰੱਖਦੇ ਹਾਂ ਸਰਕਾਰ ਤੇ ਔਰ ਪ੍ਰਮਾਤਮਾ ਤੇ ਵੀ। ਜੀ, ਬਿਲਕੁਲ। ਤੇ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ ਹੋਵੇ, ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ? ਬਾਕੀ ਤਾਂ ਠੀਕ ਹੈ ਜੀ, ਆਲਮੋਸਟ ਜੋ ਕੁਝ ਅਸੀਂ ਕਹਿਣਾ ਸੀ, ਜਨਤਕ ਕਰਨਾ ਸੀ, ਉਹ ਤਾਂ ਕਰ ਦਿੱਤਾ ਹੈ। ਬਸ ਸਾਨੂੰ ਇੱਕ ਰਿਕੁਐਸਟ ਕਰਦੇ ਹਾਂ ਦੁਬਾਰਾ ਫਿਰ ਕਿ ਜਿਹੜੀ ਪਟੀਸ਼ਨ ਆ, ਜਿਹੜੀ ਹਾਊਸ ਆਫ ਕਾਮਨ ਵੱਲੋਂ ਸਾਈਨ ਕੀਤੀ ਗਈ, ਅਪਲੋਡ ਕੀਤੀ ਗਈ ਹੈ, ਉਹਦੇ ਤੇ ਸਾਈਨ ਕਰੋ। ਨੰਬਰ ਮੈਂ ਇੱਕ ਵਾਰ ਫਿਰ ਦੱਸ ਦਿੰਦਾ, E2990। MP ਜਿਹੜੇ ਹੈਗੇ ਨੇ ਸਰੀ ਸੈਂਟਰਲ ਤੋਂ ਰਣਦੀਪ ਸਰਾਏ ਜੀ, ਉਹਨਾਂ ਦੀ ਪਿਕਚਰ ਵੀ ਲੱਗੀ ਹੋਈ ਹੈ, ਤੁਹਾਨੂੰ ਉਦੋਂ ਤੋਂ ਆਈਡੀਆ ਹੋ ਜਾਊਗਾ, ਤੇ ਤੁਸੀਂ ਉਹਦੇ ਤੇ ਸਾਈਨ ਕਰੋ। ਇਹ ਸਿਰਫ ਇਹਦੇ ਤੇ ਕੈਨੇਡੀਅਨ ਸਿਟੀਜ਼ਨ ਹੀ ਸਾਈਨ ਕਰ ਸਕਦੇ ਨੇ ਸਾਡੀ ਸਪੋਰਟ ਵਾਸਤੇ, ਤੇ ਜਿੰਨੇ ਵੱਧ ਤੋਂ ਸਾਈਨ ਹੋਣਗੇ ਉਨਾ ਹੀ ਜ਼ਿਆਦਾ ਉਹਨਾਂ ਨੂੰ ਪ੍ਰੈਸ਼ਰ ਪਏਗਾ, ਗਵਰਨਮੈਂਟ ਨੂੰ ਰਿਅਲਾਈਜ਼ ਹੋਏਗਾ ਕਿ ਵਾਕਈ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਵੀ ਲੋਕਾਂ ਦਾ, ਕਿਉਂਕਿ ਗਰਾਊਂਡ ਲੈਵਲ ਤੋਂ ਲੋਕਾਂ ਜੇ ਸਿਟੀਜ਼ਨ ਜਿਹੜੇ ਉਹ ਸਪੋਰਟ ਕਰਨਗੇ, ਤੇ ਉਹਦੇ ਤੋਂ ਇੱਕ ਇਹ ਵੀ ਇਸ਼ਾਰਾ ਜਾਂਦਾ ਹੈ ਕਿ ਜਿਹੜੇ ਲੋਕ, ਜਿਹੜੇ ਸਟੂਡੈਂਟਸ ਨੇ ਜਾਂ ਵਰਕ ਪਰਮਿਟ ਜਾਂ ਰਿਫਿਊਜੀ ਨੇ, ਉਹ ਆਪਸ ਵਿੱਚ ਲੋਕਾਂ ਦਾ ਕਿੱਦਾਂ ਇੱਕ ਦੂਜੇ ਨਾਲ ਵਰਤਾਰਾ ਹੈ, ਉਹਨਾਂ ਦਾ ਕਿਹੋ ਜਿਹਾ ਬਿਹੇਵ ਕਰਦੇ ਨੇ, ਕਿੰਨੇ ਰਿਸਪੌਂਸਿਬਲ ਨੇ, ਉਹ ਇਸ ਸਪੋਰਟ ਨੂੰ ਜਿਹੜੀ ਆ ਉਹ ਚੀਜ਼ ਦਰਸਾਉਂਦੀ ਹੈ। ਸੋ ਇਹ ਚੀਜ਼ ਸਾਹਮਣੇ ਆਵੇ। ਤੇ ਦੂਸਰਾ, ਕੈਨੇਡੀਅਨ ਗਵਰਨਮੈਂਟ ਨੂੰ ਇਹੀ ਅਸੀਂ ਅਪੀਲ ਕਰਦੇ ਹਾਂ, ਵੈਸੇ ਤਾਂ ਹੁਣ ਤੱਕ ਉਹਨਾਂ ਨੇ ਬਹੁਤ ਵਧੀਆ ਕੀਤਾ, ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਇੱਕੋ ਝਟਕੇ ਵਿੱਚ ਸਾਰਾ ਕੁਝ ਹੋ ਜਾਵੇ, ਕਿਉਂਕਿ ਸਰਕਾਰਾਂ ਦੇ ਵੀ ਕੁਝ ਰੂਲਸ ਹੁੰਦੇ ਨੇ, ਉਹਨਾਂ ਨੇ ਕਾਫੀ ਕੁਝ ਦੇਖਣਾ ਹੁੰਦਾ ਹੈ। ਪਰ ਮੈਂ ਜਿੱਦਾਂ ਤੁਸੀਂ ਇੱਕ ਕੁਐਸਚਨ ਕੀਤਾ ਸੀਗਾ ਕਿ ਪੁਆਇੰਟ ਸਿਸਟਮ ਸਲੋ ਕੀਤਾ ਜਾਵੇ, ਪਰ ਮੈਂ ਤਾਂ ਇਹ ਚਾਹੁੰਦਾ ਵਾਂ ਕਿ ਦੇਖੋ ਬਈ ਇਟਲੀ ਦੇ ਵਿੱਚ ਵੀ ਉਹਨਾਂ ਨੇ ਸਿੱਧੇ ਪੇਪਰ ਖੋਲ ਦਿੱਤੇ ਸਾਰੇ, ਹਨਾ, ਤੇ ਜਿਹੜੇ ਲੋਕ ਇੱਥੇ ਆਏ ਹੋਏ ਨੇ ਉਹ ਸਿਸਟਮ ਨੂੰ ਫੋਲੋ ਕਰ ਰਹੇ ਨੇ, ਰਹਿ ਰਹੇ ਨੇ, ਕੰਮਾਂ ਕਾਰਾਂ ਦੇ ਵਿੱਚ ਬਿਲਕੁਲ ਸੈੱਟ ਨੇ, ਤੇ ਹਰ ਚੀਜ਼ ਨੂੰ ਸਮਝਦੇ ਨੇ, ਕੋਈ ਕੰਪਲੇਂਟ ਨਹੀਂ ਹੈ। ਤੇ ਫਿਰ ਅਗਰ ਆਪਾਂ ਪੁਆਇੰਟ ਸਿਸਟਮ ਦੇ ਚੱਕਰ 'ਚ ਵੀ ਪੈ ਜਾਵਾਂਗੇ ਤਾਂ ਫਿਰ ਉਸ ਚੀਜ਼ ਨੂੰ ਕਿਤੇ ਨਾ ਕਿਤੇ ਨਾਲੇ ਤਾਂ ਟਾਈਮ ਜ਼ਿਆਦਾ ਲੱਗੂਗਾ, ਤੇ ਨਾਲੇ ਜਿਹੜੇ ਆ ਉਹ ਸ਼ਾਇਦ ਗਵਰਨਮੈਂਟ ਨੂੰ ਬੰਦੇ ਵੀ ਕਾਫੀ ਹਾਇਰ ਕਰਨੇ ਪੈਣਗੇ ਇਸ ਡਿਪਾਰਟਮੈਂਟ ਦੇ ਵਿੱਚ, ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ। ਸੋ ਮੈਂ ਤਾਂ ਇਹੀ ਕਹਿਣਾ ਕਿ ਸਿਰਫ ਜਿਹੜੇ ਲੋਕ ਪੁਰਾਣੇ ਨੇ, ਇੱਕ ਸਮਾਂ ਮਿੱਥਿਆ ਜਾਵੇ 4 ਸਾਲ ਜਾਂ 3 ਸਾਲ ਜਾਂ 2 ਸਾਲ ਦਾ, ਤੇ ਉਹਨਾਂ ਲੋਕਾਂ ਨੂੰ ਤੁਸੀਂ ਵੈਸੇ ਪੇਪਰ ਫਾਈਲ ਕਰਨ ਵਾਸਤੇ ਇਜਾਜ਼ਤ ਦੇ ਦਿਓ, ਤੇ ਉਹ ਜ਼ਿਆਦਾ ਠੀਕ ਰਹੂਗਾ। ਇਹ ਮੇਰੇ ਸੋਚਣੀ ਤਾਂ ਇਹ ਹੈ, ਕਿਉਂਕਿ ਜਿਹੜੇ ਲੋਕ ਹੈਗੇ ਨੇ ਪੱਕੇ ਤਾਂ ਆਪਾਂ ਉਹਨਾਂ ਨੂੰ ਕਰਨਾ ਹੀ ਹੈ ਜਾਂ ਉਹਨਾਂ ਨੇ ਹੋਣਾ ਹੀ ਹੈ। ਸੋ ਉਹਦੇ ਨਾਲ ਇਹ ਹੈ ਕਿ ਗਵਰਨਮੈਂਟ ਨੂੰ ਵੀ ਫਾਇਦਾ ਹੋਊਗਾ ਕਿ ਪ੍ਰੋਸੈਸ ਕਾਫੀ ਫਾਸਟ ਹੋ ਜਾਊਗਾ। ਨਹੀਂ ਤਾਂ ਆਪਾਂ ਪੁਆਇੰਟ ਬੇਸ ਦੇ ਵਿੱਚ ਇਕੱਲੀ ਫਾਈਲ ਨੂੰ ਆਪਾਂ ਦੇਖਾਂਗੇ, ਰਾਈਟ। ਮੇਨ ਚੀਜ਼ ਤਾਂ ਸਿਰਫ ਬੰਦੇ ਦੇ ਕ੍ਰਿਮੀਨਲ ਰੈਕੋਰਡ ਤੇ ਬੰਦੀ ਉਹ ਜ਼ਰੂਰ ਦੇਖਿਆ ਜਾਵੇ। ਤੇ ਦੂਸਰੀ ਚੀਜ਼ ਮੈਂ ਪਰਨੀਤ ਜੀ ਇੱਕ ਰਿਕੁਐਸਟ ਇਹ ਵੀ ਕਰਦਾ ਵਾਂ ਕਿ ਜਿਹੜੀ ਇਹਨਾਂ ਨੇ ਇੰਗਲਿਸ਼ ਦਾ ਸਿਸਟਮ, ਇੰਗਲਿਸ਼ ਲੈਂਗੁਏਜ ਜਿਹੜੀ ਰਿਕੁਆਇਰਮੈਂਟ ਦਿੱਤੀ ਹੋਈ ਹੈ, ਜਿਹੜੀ ਰਿਕੁਆਇਰਡ ਹੈ, ਉਹ ਮੈਂ ਕਹਿੰਦਾ ਕਿ ਜਿਹੜੇ ਬੰਦੇ ਨੇ ਪਰਮਿਟ ਲੈਣਾ, ਚਾਹੇ ਉਹ ਇਨਸਾਈਡ ਕੈਨੇਡਾ ਹੋਵੇ ਚਾਹੇ ਆਊਟਸਾਈਡ ਕੈਨੇਡਾ ਹੋਵੇ, ਜਿੱਦਾਂ ਵਿਜ਼ਟਰ ਲੋਕ ਆ ਕੇ ਇੱਥੇ ਪਰਮਿਟ ਲੈ ਲੈਂਦੇ ਨੇ ਜਾਂ ਫਿਰ ਬਾਹਰੋਂ ਪਰਮਿਟ ਲੈ ਕੇ ਆਉਂਦੇ ਨੇ, ਹਾਂ ਉਹਨਾਂ ਦੀ ਇੰਗਲਿਸ਼ ਸਰਟੀਫਿਕੇਟ ਜ਼ਰੂਰ ਉਹਨਾਂ ਤੋਂ ਲਿਆ ਜਾਵੇ, ਕਿਉਂਕਿ ਉਹਨਾਂ ਨੇ ਫਸਟ ਟਾਈਮ ਕੈਨੇਡਾ ਦੇ ਵਿੱਚ ਐਂਟਰ ਕਰਨਾ ਜਾਂ ਫਿਰ ਇੱਥੇ ਕੰਮ ਕਰਨ ਵਾਸਤੇ ਪਰਮਿਟ ਲੈਣਾ ਤੁਹਾਡੇ ਕੋਲੋਂ। ਪਰ ਜਿਹੜੇ ਬੰਦੇ ਨੂੰ 2 ਸਾਲ ਜਾਂ 3 ਸਾਲ ਕੰਮ ਕਰਦੇ ਨੂੰ ਹੋ ਗਏ ਨੇ, ਉਹ ਤਾਂ ਵੈਸੇ ਹੀ ਬੰਦਾ ਇੱਥੇ ਫਿੱਟ ਹੋ ਚੁੱਕਾ ਸਿਸਟਮ ਦੇ ਵਿੱਚ, ਫੋਲੋ ਕਰਦਾ ਹੈ, ਆਪਣੀ ਲੈਂਗੁਏਜ ਜਿਹੜੀ ਸਕਿੱਲਸ ਨੇ ਉਹ ਵੀ ਇੰਪਰੂਵ ਕੀਤੇ ਹੋਏ ਨੇ, ਤੇ ਮੇਰੇ ਹਿਸਾਬ ਨਾਲ ਉਦੋਂ PR ਵੇਲੇ ਇੰਗਲਿਸ਼ ਸਰਟੀਫਿਕੇਟ ਦੀ ਲੋੜ ਨਹੀਂ ਹੋਣੀ ਚਾਹੀਦੀ। ਇਹ ਰਿਕੁਐਸਟ ਹੈ, ਇਹਦੇ ਬਾਰੇ ਵੀ ਜ਼ਰੂਰ ਵਿਚਾਰ ਕੀਤਾ ਜਾਵੇ।
ਜੀ ਬਿਲਕੁਲ। ਤੁਹਾਡਾ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਤੇ ਜਸਵਿੰਦਰ ਜੀ, ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ, ਜਾਣਕਾਰੀ ਸਾਂਝੀ ਕਰਨ ਲਈ। ਧੰਨਵਾਦ ਜੀ। ਧੰਨਵਾਦ।